ਡੋਲੋ ਬਣਾਉਣ ਵਾਲੀ ਕੰਪਨੀ ਨੇ ਆਪਣੀ ਦਵਾਈ ਨੂੰ ਪ੍ਰਮੋਟ ਕਰਨ ਦੇ ਲਈ ਡਾਕਟਰਾਂ ਨੂੰ 1000 ਕਰੋੜ ਰੁਪਏ ਤੱਕ ਦੇ ਉਪਹਾਰ ਦਿੱਤੇ ਨੇ। ਇਸ ਨੂੰ ਲੈ ਕੇ ਡੋਲੋ ਕੰਪਨੀ ਚਰਚਾ ਦੇ ਵਿੱਚ ਚੱਲ ਰਹੀ ਹੈ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਇਹ ਜੋ ਮੈਟਰ ਚੱਲਦਾ ਪਿਆ, ਤੁਹਾਡੀ ਪ੍ਰਤੀਕਿਰਿਆ ਕੀ ਹੈ ਪੂਰੇ ਮੈਟਰ ਦੇ ਉੱਪਰ? ਪਰ ਜੇ ਅਸੀਂ ਨੈਸ਼ਨਲ ਮੈਡੀਕਲ ਕਮਿਸ਼ਨ ਦੀਆਂ ਗਾਈਡਲਾਈਨਸ ਦੇਖੀਏ, ਉਹਦੇ 'ਚ ਉਹਨਾਂ ਨੇ ਕਿਹਾ ਕਿ ਕਮਿਸ਼ਨ ਲੈਣਾ ਜਾਂ ਗਿਫਟ ਲੈਣੇ ਜਿਹੜੇ ਉਹ ਬੈਨ ਆ। ਸਬ ਸੈਕਸ਼ਨ ਆ ਜਿੱਥੇ ਲਿਖਿਆ ਹੋਇਆ ਕਿ ਤੁਹਾਡਾ ਲਾਇਸੈਂਸ 3 ਮਹੀਨੇ ਤੋਂ ਲੈ ਕੇ 1 ਸਾਲ ਤੱਕ ਸਸਪੈਂਡ ਕੀਤਾ ਜਾ ਸਕਦਾ। ਡਾਕਟਰਾਂ ਨੇ ਗਿਫਟ ਲਏ ਆ, ਕੋਈ ਡਾਊਟ ਨਹੀਂ ਇਹਦੇ 'ਚ। ਮੇਰੇ ਵੀ ਕੋਈ ਜਾਣਕਾਰ ਹੈਗੇ ਆ ਜਿਨ੍ਹਾਂ ਨੇ ਗਿਫਟ ਲਏ ਆ। ਇਹਦੇ 'ਚ ਗਿਫਟ ਲੈਣੇ ਗਲਤ ਹੈ, ਨਹੀਂ ਲੈਣੇ ਚਾਹੀਦੇ, ਉਹ ਕਾਨੂੰਨ ਦੇ ਖਿਲਾਫ ਆ। ਇਹਦੇ 'ਚ ਕੋਈ ਦੂਜੀ ਰਾਏ ਨਹੀਂ ਹੈ। ਇਹ ਆਸਾਨ ਭਾਸ਼ਾ ਦੇ ਵਿੱਚ ਸਮਝਾਓ ਲੋਕਾਂ ਨੂੰ ਕਿ ਇਹਦਾ ਫਰਕ ਕੀ ਸੀਗਾ। ਦੂਜੀਆਂ ਵੀ ਮੈਡੀਸਨ ਹੁੰਦੀਆਂ ਸੀਗੀਆਂ, ਦੂਜੀ ਕੰਪਨੀ ਦੀ ਵੀ ਪੈਰਾਸੀਟਾਮੋਲ ਹੁੰਦੀ ਸੀਗੀ, ਤਾਂ ਇਹੀ ਜ਼ਿਆਦਾ ਰਿਕਮੈਂਡ ਕਿਉਂ ਕੀਤੀ ਗਈ? ਸਿਰਫ ਉਪਹਾਰ ਮਿਲੇ ਇਸੇ ਕਰਕੇ? ਹਰ ਬਲੈਕ ਸ਼ੀਪਸ ਹਰ ਪ੍ਰੋਫੈਸ਼ਨ ਦੇ ਵਿੱਚ ਆ। ਸਾਰੇ ਡਾਕਟਰ ਨਹੀਂ ਇੱਦਾਂ ਦੇ ਹੈਗੇ। ਇਹ ਇੱਕ ਆਈਡਲ ਪ੍ਰਿਸਕ੍ਰਿਪਸ਼ਨ ਇਹ ਹੈਗੀ ਆ ਕਿ ਕੈਪੀਟਲਸ ਦੇ ਵਿੱਚ ਹੋਣੀ ਚਾਹੀਦੀ ਆ। ਉਹ ਪ੍ਰੈਫਰੇਬਲੀ ਪ੍ਰਿੰਟਡ ਫਾਰਮ ਦੇ ਵਿੱਚ ਹੋਣੀ ਚਾਹੀਦੀ ਆ, ਜਿਸ 'ਚ ਜੈਨਰਿਕ ਅਤੇ ਬ੍ਰਾਂਡਡ ਨਾਮ ਦੋਨੋਂ ਲਿਖੇ ਹੋਣੇ ਚਾਹੀਦੇ ਆ। ਉਹ ਮਰੀਜ਼ ਦੀ ਪ੍ਰੈਫਰੈਂਸ ਹੈ, ਉਹ ਜੈਨਰਿਕ ਲਵੇ ਜਾਂ ਬ੍ਰਾਂਡਡ ਲਵੇ, ਉਹਦੀ ਮਰਜ਼ੀ ਹੈ। ਐਥੀਕਲੀ ਡਾਕਟਰਾਂ ਲਈ ਗਲਤ ਹੈ, ਪਰ ਕੰਪਨੀ ਲਈ ਉਹ ਠੀਕ ਹੈ, ਕਿਉਂਕਿ ਕੰਪਨੀ ਆਪਣੀ ਪ੍ਰਮੋਸ਼ਨ ਲਈ ਕੁਝ ਵੀ ਕਰ ਸਕਦੀ ਹੈ। ਤੁਹਾਡੇ ਤੋਂ ਬਹੁਤ ਸਾਰੇ ਪੇਸ਼ੈਂਟ ਆਏ ਨੇ, ਤਾਂ ਤੁਸੀਂ ਕਿਹੜੀ ਜ਼ਿਆਦਾ ਰਿਕਮੈਂਡ ਕਰਦੇ ਸੀਗੇ? ਅਸੀਂ ਤਾਂ ਪੈਰਾਸੀਟਾਮੋਲ ਲਿਖ ਕੇ ਦਿੰਦੇ ਸੀਗੇ। ਤੁਹਾਡਾ ਮਾਸਕ ਜਿਹੜਾ N95 ਆ 450 'ਚ ਮੈਂ ਖਰੀਦਿਆ, ਮੇਰੇ ਕੋਲ ਬਿੱਲ ਆ। ਆਕਸੀਜਨ ਸਿਲੰਡਰ ਮੈਂ 600 ਦਾ ਖਰੀਦਿਆ, ਜਿਹੜਾ 150 ਦਾ ਸੀਗਾ। ਉਦੋਂ ਕਿਸੇ ਨੇ ਰੌਲਾ ਨਹੀਂ ਪਾਇਆ। ਉਦੋਂ ਪੱਤਰਕਾਰ ਕਿੱਥੇ ਸੀਗੇ ਜਦੋਂ 500 ਦੇ ਸੈਨੀਟਾਈਜ਼ਰ ਵੇਚੇ? ਜੇ ਆਪਾਂ ਕੀ ਪੈਰਾਸੀਟਾਮੋਲ ਖਾਈ ਜਾਂਦੇ ਆ, ਅਤੇ ਇਹ ਗੁਰਦਿਆਂ 'ਤੇ ਅਸਰ ਕਰਦੀ ਹੈ, ਮਾੜਾ ਅਸਰ ਕਰਦੀ ਹੈ। ਬੁਖਾਰ ਦੇ ਵਿੱਚ ਅਕਸਰ ਹੀ ਜ਼ਿਆਦਾਤਰ ਡਾਕਟਰਾਂ ਦੇ ਵੱਲੋਂ ਮਰੀਜ਼ ਨੂੰ ਡੋਲੋ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਸਮੇਂ ਡੋਲੋ ਦਵਾਈ ਚਰਚਾ ਦੇ ਵਿੱਚ ਚੱਲ ਰਹੀ ਹੈ, ਕਿਉਂਕਿ ਡੋਲੋ ਬਣਾਉਣ ਵਾਲੀ ਕੰਪਨੀ ਦੇ ਉੱਪਰ ਵੱਡੇ ਇਲਜ਼ਾਮ ਲੱਗੇ ਨੇ। ਕਈ ਸਵਾਲ ਖੜੇ ਹੋਏ ਨੇ ਕਿ ਡੋਲੋ ਬਣਾਉਣ ਵਾਲੀ ਕੰਪਨੀ ਨੇ ਆਪਣੀ ਦਵਾਈ ਨੂੰ ਪ੍ਰਮੋਟ ਕਰਨ ਦੇ ਲਈ ਡਾਕਟਰਾਂ ਨੂੰ 1000 ਕਰੋੜ ਰੁਪਏ ਤੱਕ ਦੇ ਉਪਹਾਰ ਦਿੱਤੇ ਨੇ। ਇਸ ਨੂੰ ਲੈ ਕੇ ਡੋਲੋ ਕੰਪਨੀ ਚਰਚਾ ਦੇ ਵਿੱਚ ਚੱਲ ਰਹੀ ਹੈ, ਪਰ ਸਵਾਲ ਇਹ ਵੀ ਖੜਾ ਹੁੰਦਾ ਕਿ ਕੀ ਬਿਜ਼ਨਸ ਪ੍ਰਮੋਟ ਕਰਨ ਦੇ ਲਈ ਲੋਕਾਂ ਦੀ ਸਿਹਤ ਦੇ ਨਾਲ ਕੋਈ ਖਿਲਵਾੜ ਵੀ ਕੀਤਾ ਗਿਆ? ਇਸ ਬਾਰੇ ਮੁੱਦੇ ਦੇ ਉੱਪਰ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਡਾਕਟਰ BS ਜੋਹਲ ਮੌਜੂਦ ਹੈਗੇ ਨੇ। ਜਾਣਕਾਰੀ ਲੈਂਦੇ ਹਾਂ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਇਹ ਜੋ ਮੈਟਰ ਚੱਲਦਾ ਪਿਆ, ਤੁਹਾਡੀ ਪ੍ਰਤੀਕਿਰਿਆ ਕੀ ਹੈ ਪੂਰੇ ਮੈਟਰ ਦੇ ਉੱਪਰ? ਦੇਖੋ, ਕਾਨੂੰਨ ਉਹ 'ਤੇ ਲੱਗਦਾ ਜਿਹੜਾ ਰਜਿਸਟਰਡ ਆ। ਜਿਹੜਾ ਆਪਾਂ ਡਾਕਟਰਾਂ ਦੀ ਗੱਲ ਕਰ ਰਹੇ ਹਾਂ, ਆਪਾਂ ਕਿਉਂ ਨਹੀਂ ਕੰਪਨੀ ਨੂੰ ਪੁੱਛ ਰਹੇ ਜਾਂ ਗਵਰਨਮੈਂਟ ਨੂੰ ਪੁੱਛ ਰਹੇ ਕਿ ਤੁਸੀਂ ਗਿਫਟ ਦਿੱਤੇ ਕਿਉਂ? ਨੋ ਡਾਊਟ ਸੁਪਰੀਮ ਕੋਰਟ ਨੇ ਇਹਦਾ ਲੈ ਕੇ ਨੈਸ਼ਨਲ ਮੈਡੀਕਲ ਕਮਿਸ਼ਨ ਨੂੰ ਕਿਹਾ ਕਿ ਇਨਵੈਸਟੀਗੇਟ ਕਰੋ। ਪਰ ਜੇ ਅਸੀਂ ਨੈਸ਼ਨਲ ਮੈਡੀਕਲ ਕਮਿਸ਼ਨ ਦੀਆਂ ਗਾਈਡਲਾਈਨਸ ਦੇਖੀਏ, ਉਹਦੇ 'ਚ ਉਹਨਾਂ ਨੇ ਕਿਹਾ ਕਿ ਕਮਿਸ਼ਨ ਲੈਣਾ ਜਾਂ ਗਿਫਟ ਲੈਣੇ ਜਿਹੜੇ ਉਹ ਬੈਂਡ ਆ, ਪ੍ਰੈਕਟਿਸ ਦੇ ਵਿੱਚ ਬੈਂਡ ਆ। ਉਹਦੇ ਤਹਿਤ ਇੱਕ ਉਹਦੀ ਸਬ ਸੈਕਸ਼ਨ ਆ ਜਿੱਥੇ ਲਿਖਿਆ ਹੋਇਆ ਕਿ ਤੁਹਾਡਾ ਲਾਇਸੈਂਸ 3 ਮਹੀਨੇ ਤੋਂ ਲੈ ਕੇ 1 ਸਾਲ ਤੱਕ ਸਸਪੈਂਡ ਕੀਤਾ ਜਾ ਸਕਦਾ। ਔਰ ਜੇ ਆਪਾਂ ਕਹਿੰਦੇ ਨਹੀਂ ਲਏ ਆ, ਡਾਕਟਰਾਂ ਨੇ ਗਿਫਟ ਲਏ ਆ, ਕੋਈ ਡਾਊਟ ਨਹੀਂ ਇਹਦੇ 'ਚ। ਮੇਰੇ ਵੀ ਕੋਈ ਜਾਣਕਾਰ ਹੈਗੇ ਆ ਜਿਨ੍ਹਾਂ ਨੇ ਗਿਫਟ ਲਏ ਆ, ਇਹਦੇ 'ਚ ਸ਼ੱਕ। ਪਰ ਦੂਜੀ ਗੱਲ ਇਹ ਆ ਕਿ ਜੇ ਆਪਾਂ ਕਹਿੰਦੇ ਆ ਕਿ ਉਹਦਾ ਰੇਟ ਕਿੰਨਾ ਸੀ ਜਾਂ ਦਵਾਈ ਜਾਂਦੇ ਕਿੰਨੇ ਦੀ ਮਿਲਦੀ, ਬ੍ਰਾਂਡਡ ਮਿਲਦੀ ਇੰਨੇ ਦੀ ਆ, ਉਹਦੀ ਕੀਮਤ ਕੌਣ ਡਿਸਾਈਡ ਕਰਦਾ? ਡਾਕਟਰ ਤਾਂ ਨਹੀਂ ਕਰਦੇ, ਉਹ ਤਾਂ ਗਵਰਨਮੈਂਟ ਜਾਂ ਫਾਰਮਾਸਿਊਟੀਕਲ ਕੰਪਨੀ ਕਰਦੀ ਆ। ਹੁਣ ਫਾਰਮਾਸਿਊਟੀਕਲ ਨੇ ਆਪਣਾ ਖਰਚਾ ਪਾਇਆ 1000 ਕਰੋੜ ਰੁਪਏ ਦਾ, ਜਾਂ ਜੋ ਵੀ ਪਾਇਆ ਉਹਨਾਂ ਨੇ ਕਿ ਅਸੀਂ ਗਿਫਟ ਦਿੱਤੇ ਆ। ਗਿਫਟ ਲੈਣੇ ਗਲਤ ਹੈ, ਨਹੀਂ ਲੈਣੇ ਚਾਹੀਦੇ, ਉਹ ਕਾਨੂੰਨ ਦੇ ਖਿਲਾਫ ਆ। ਇਹਦੇ 'ਚ ਕੋਈ ਦੂਜੀ ਰਾਏ ਨਹੀਂ ਹੈ। ਡਾਕਟਰ ਸਾਹਿਬ, ਇਹ ਆਸਾਨ ਭਾਸ਼ਾ ਦੇ ਵਿੱਚ ਸਮਝਾਓ ਲੋਕਾਂ ਨੂੰ ਕਿ ਇਹਦਾ ਫਰਕ ਕੀ ਸੀਗਾ। ਦੂਜੀਆਂ ਵੀ ਮੈਡੀਸਨ ਹੁੰਦੀਆਂ ਸੀਗੀਆਂ, ਦੂਜੀ ਕੰਪਨੀ ਦੀ ਵੀ ਪੈਰਾਸੀਟਾਮੋਲ ਹੁੰਦੀ ਸੀਗੀ, ਤਾਂ ਇਹੀ ਜ਼ਿਆਦਾ ਰਿਕਮੈਂਡ ਕਿਉਂ ਕੀਤੀ ਗਈ? ਸਿਰਫ ਉਪਹਾਰ ਮਿਲੇ ਇਸੇ ਕਰਕੇ? ਦੇਖੋ, ਹਰ ਬਲੈਕ ਸ਼ੀਪਸ ਹਰ ਪ੍ਰੋਫੈਸ਼ਨ ਦੇ ਵਿੱਚ ਆ। ਸਾਰੇ ਡਾਕਟਰ ਨਹੀਂ ਇੱਦਾਂ ਦੇ ਹੈਗੇ। ਜਿੱਦਾਂ ਹੁਣ ਤੁਹਾਨੂੰ ਮੈਂ ਇਨਫੋਰਮਲ ਗੱਲ ਕਰਨ ਤੋਂ ਪਹਿਲਾਂ ਫਾਰਮਲ ਤੋਂ ਇਨਫੋਰਮਲ ਦੱਸਿਆ ਕਿ ਇੱਕ ਆਈਡਲ ਪ੍ਰਿਸਕ੍ਰਿਪਸ਼ਨ ਇਹ ਹੈਗੀ ਆ ਕਿ ਕੈਪੀਟਲਸ ਦੇ ਵਿੱਚ ਹੋਣੀ ਚਾਹੀਦੀ ਆ। ਉਹ ਪ੍ਰੈਫਰੇਬਲੀ ਪ੍ਰਿੰਟਡ ਫਾਰਮ ਦੇ ਵਿੱਚ ਹੋਣੀ ਚਾਹੀਦੀ ਆ, ਜਿਸ 'ਚ ਜੈਨਰਿਕ ਅਤੇ ਬ੍ਰਾਂਡਡ ਨਾਮ ਦੋਨੋਂ ਲਿਖੇ ਹੋਣੇ ਚਾਹੀਦੇ ਆ। ਉਹ ਮਰੀਜ਼ ਦੀ ਪ੍ਰੈਫਰੈਂਸ ਹੈ, ਉਹ ਜੈਨਰਿਕ ਲਵੇ ਜਾਂ ਬ੍ਰਾਂਡਡ ਲਵੇ, ਉਹਦੀ ਮਰਜ਼ੀ ਆ। ਠੀਕ ਹੈ, ਅਗਰ ਉਹ ਬ੍ਰਾਂਡਡ ਅਫੋਰਡ ਕਰ ਸਕਦਾ ਬ੍ਰਾਂਡਡ ਲਵੇ। ਅਗਰ ਜੈਨਰਿਕ ਲੈਣੀ ਆ ਤਾਂ ਜੈਨਰਿਕ ਦੇ ਦਵਾਈਆਂ ਹੁਣ ਆਮ ਮਿਲ ਜਾਂਦੀਆਂ। ਗਵਰਨਮੈਂਟ ਨੇ ਪ੍ਰਮੋਟ ਕੀਤਾ, ਮੋਦੀ ਸਾਹਿਬ ਨੇ ਬਹੁਤ ਪ੍ਰਮੋਟ ਕੀਤਾ ਕਿ ਜੈਨਰਿਕ ਦਵਾਈਆਂ ਵੀ ਮਾੜੀਆਂ ਨਹੀਂ ਹੈਗੀਆਂ। ਪਰ ਗੱਲ ਬ੍ਰਾਂਡ ਦੀ ਆ। ਤੁਸੀਂ ਵੀ ਕੱਪੜਾ ਬ੍ਰਾਂਡ ਦਾ ਪਾਇਆ, ਮੈਂ ਵੀ ਪਾਇਆ ਆ। ਆਪਾਂ 300 ਰੁਪਈਏ 'ਚ ਵੀ ਕਮੀਜ਼ ਮਿਲ ਜਾਂਦੀ ਆ। ਅਸੀਂ ਕਿਉਂ 1500 ਦੀ ਕਮੀਜ਼ ਪਾਉਂਦੇ ਆ? ਕਿ ਸਾਨੂੰ ਬ੍ਰਾਂਡ ਚੰਗਾ ਲੱਗਦਾ। ਸੋ ਇਸ ਕਰਕੇ ਕੰਪਨੀ ਨੇ ਆਪਣੇ ਬ੍ਰਾਂਡ ਨੂੰ ਪ੍ਰਮੋਟ ਕੀਤਾ। ਉਹਦੇ ਏਵਜ ਦੇ ਵਿੱਚ ਉਹਨੇ ਕਿਕਬੈਕਸ ਦਿੱਤੇ ਆ, ਗਿਫਟ ਦਿੱਤੇ ਜਾਂ ਜੋ ਵੀ ਦਿੱਤਾ। ਐਥੀਕਲੀ ਡਾਕਟਰਾਂ ਲਈ ਗਲਤ ਹੈ, ਪਰ ਕੰਪਨੀ ਲਈ ਉਹ ਠੀਕ ਹੈ, ਕਿਉਂਕਿ ਕੰਪਨੀ ਆਪਣੀ ਪ੍ਰਮੋਸ਼ਨ ਲਈ ਕੁਝ ਵੀ ਕਰ ਸਕਦੀ ਹੈ।
ਅੱਛਾ, ਕਰੋਨਾ ਦੇ ਵਿੱਚ ਹੀ ਜ਼ਿਆਦਾ ਇਹ ਮੈਡੀਸਿਨ ਜਿਹੜੀ ਸੀਗੀ ਨਿਕਲ ਕੇ ਬਾਹਰ ਆਈ, ਤੁਹਾਡੇ ਕੋਈ ਬਹੁਤ ਸਾਰੇ ਪੇਸ਼ੈਂਟ ਆਏ ਨੇ, ਤਾਂ ਤੁਸੀਂ ਕਿਹੜੀ ਜ਼ਿਆਦਾ ਰਿਕਮੈਂਡ ਕਰਦੇ ਸੀਗੇ? ਅਸੀਂ ਤਾਂ ਪੈਰਾਸੀਟਾਮੋਲ ਲਿਖ ਕੇ ਦਿੰਦੇ ਸੀਗੇ, ਨੋ ਡਾਊਟ ਡੋਲੋ ਵੀ ਸਾਡੇ ਫਾਰਮੇਸੀ ਦੇ ਵਿੱਚ ਅਵੇਲੇਬਲ ਸੀ, ਪੈਰਾਸੀਟਾਮੋਲ ਵੀ ਅਵੇਲੇਬਲ ਸੀਗੀ, ਜੈਨਰਿਕ ਵੀ ਸਾਡੇ ਅਵੇਲੇਬਲ ਆ। ਬਟ ਉਹ ਜਿੱਦਾਂ ਇੱਕ ਵਾਰੀ ਨਾ ਚੜ੍ਹ ਜਾਂਦਾ ਨਾ ਕਿ 버ਗਰ ਕਿੰਗ ਤੋਂ 버ਗਰ ਖਾਣਾ ਜਾਂ ਮੈਂ ਇੱਥੇ ਜਾਣਾ, ਉਹ ਡੋਲੋ ਚੜ੍ਹ ਗਈ ਲੋਕਾਂ ਦੇ ਨਾਂ, ਉਹਨਾਂ ਦਾ ਬ੍ਰਾਂਡ ਦੀ ਵੈਲਿਊ ਹੀ ਇੰਨੀ ਹੋ ਗਈ ਆ। ਹੁਣ ਪਿੱਛੇ ਕੱਲ੍ਹ ਦੇਖ ਰਹੇ ਸੀਗੇ ਕਿ ਉਹਨਾਂ ਨੇ 400 ਕਰੋੜ ਰੁਪਈਆ ਇੱਕ ਬ੍ਰਾਂਡ ਡੋਲੋ ਤੋਂ ਕਮਾਇਆ ਕੰਪਨੀ ਨੇ। ਅਗਰ ਉਹਨਾਂ ਨੇ ਪ੍ਰਮੋਟ ਕਰਕੇ ਕਮਾਇਆ ਤੇ ਕਮਾਇਆ ਆ। ਹਰੀ ਪੰਨੀ ਵਾਲੀ ਗੋਲੀ ਦੀ ਪ੍ਰਮੋਸ਼ਨ ਨਹੀਂ ਸੀ ਆਉਂਦੀ ਸੀ ਨਾ, ਉਹ ਇਬੂਪ੍ਰੋਫਨ ਪੈਰਾਸੀਟਾਮੋਲ ਇੱਕ ਐਡ ਆਉਂਦੀ ਰਹੀ ਆ, ਬਾਬੇ ਰਾਮਦੇਵ ਦੀ ਐਡ ਨਹੀਂ ਆਉਂਦੀਆਂ ਨਾ ਐਡ। ਓਵਰ ਦਾ ਕਾਊਂਟਰ ਕਹਿੰਦੇ ਇਹਨੂੰ। ਇਹ ਪੈਰਾਸੀਟਾਮੋਲ ਜਿਹੜੀ ਆ ਬਾਹਰ ਫੋਰਨ ਦੇ ਵਿੱਚ ਵੀ ਓਵਰ ਦਾ ਕਾਊਂਟਰ ਅਵੇਲੇਬਲ ਹੈ, OTC ਡਰੱਗ ਕਹਿੰਦੇ ਆ ਇਹਨੂੰ, ਸੇਫ ਡਰੱਗਸ ਦੇ ਵਿੱਚ ਆਪਾਂ ਗਿਣਦੇ ਆ, ਬਹੁਤ ਸੇਫ ਹੈਗੀ ਆ ਇਹ। ਸੋ ਫੋਰਨ ਦੇ ਵਿੱਚ ਵੀ ਪੈਰਾਸੀਟਾਮੋਲ ਆਰਾਮ ਨਾਲ ਅਵੇਲੇਬਲ ਆ, ਆਪਣੇ ਵੀ ਆਰਾਮ ਨਾਲ ਅਵੇਲੇਬਲ ਆ, ਦੋਨੋਂ ਜੈਨਰਿਕ ਦੇ ਬ੍ਰਾਂਡਡ ਅਵੇਲੇਬਲ ਆ, ਕਾਲਪੋਲ ਅਵੇਲੇਬਲ ਆ, ਡੋਲੋ ਅਵੇਲੇਬਲ ਆ, ਘੱਟੋ ਘੱਟ 15-20 ਬ੍ਰਾਂਡ ਅਵੇਲੇਬਲ ਆ, ਪਲੱਸ ਜੈਨਰਿਕ ਖੁੱਲ੍ਹੀ ਅਵੇਲੇਬਲ ਆ। ਈਵਨ ਲੂਜ਼ ਗੋਲੀਆਂ ਵੀ ਮਿਲਦੀਆਂ ਜਿਹੜੀ 20 ਪੈਸੇ ਦੀ ਆਉਂਦੀ ਆ, ਠੀਕ ਆ ਨਾ, ਉਹ ਪੈਕਟ ਆਉਂਦੀਆਂ। ਕਈ ਜਿਹੜੇ ਪ੍ਰੈਕਟੀਸ਼ਨਰ ਆ, GPs ਹੈਗੇ ਆ, ਉਹ ਲੂਜ਼ ਡੋਜ਼ ਯੂਜ਼ ਕਰਦੇ ਆ, ਉਹ 500 ਮਿਲੀਗ੍ਰਾਮ ਦੀਆਂ ਈਵਨ ਮੇਰਾ ਖਿਆਲ 20-25 ਪੈਸੇ ਦੀ ਗੋਲੀ ਆਉਂਦੀ ਆ, ਪਰ ਲੂਜ਼ ਅਸੀਂ ਸੋਚਦੇ ਖਾਂਦੇ ਨਹੀਂ ਹੈ। ਜਿਹੜੀ ਐਜੂਕੇਟਡ ਕਲਾਸ ਆ ਉਹ ਸੋਚਦੀ ਆ ਕਿ ਮੈਂ ਬ੍ਰਾਂਡਡ ਕੱਪੜੇ ਹੀ ਪਾਵਾਂ, ਬ੍ਰਾਂਡਡ ਬੂਟ ਹੀ ਪਾਵਾਂ ਅਤੇ ਬ੍ਰਾਂਡਡ ਹੀ ਦਵਾਈ ਖਾਵਾਂ, ਇਸ ਕਰਕੇ ਆ। ਅੱਛਾ ਡਾਕਟਰ ਸਾਹਿਬ, ਕਈ ਡਾਕਟਰ ਇਹ ਵੀ ਤਰਕ ਦਿੰਦੇ ਨੇ, ਕਹਿੰਦੇ ਨੇ ਕਿ ਕਰੋਨਾ ਦਾ ਜਦੋਂ ਪੀਕ ਸੀਗਾ ਤਾਂ ਉਦੋਂ ਪੈਰਾਸੀਟਾਮੋਲ ਦੀ ਜਿਹੜੀ ਸੀਗੀ ਉਹ ਕੰਜ਼ੰਪਸ਼ਨ ਘੱਟ ਗਈ ਸੀਗੀ, ਉਹ ਇੰਨੀ ਜ਼ਿਆਦਾ ਆ ਨਹੀਂ ਸੀ ਰਹੀ, ਤਾਂ ਇਸੇ ਕਾਰਨ ਕਹਿੰਦੇ ਅਸੀਂ ਡੋਲੋ ਪ੍ਰਮੋਟ ਕਰਦੇ ਸੀ। ਤੁਹਾਨੂੰ ਵੀ ਦਿੱਕਤ ਆਈ? ਸਰ ਕੰਜ਼ੰਪਸ਼ਨ ਨਹੀਂ ਸੀ ਘਟੀ, ਇਹਦੀ ਕੰਜ਼ੰਪਸ਼ਨ ਬਹੁਤ ਜ਼ਿਆਦਾ ਵੱਧ ਗਈ ਸੀ, ਕਿਉਂਕਿ ਬੁਖਾਰ ਹੁੰਦਾ ਸੀ। ਪੈਰਾਸੀਟਾਮੋਲ ਬੇਸਲਾਈਨ ਹੀ ਡਰੱਗ ਸੀਗੀ ਜਿਹੜੀ ਅਸੀਂ ਦਿੰਦੇ ਸੀ ਬੁਖਾਰ ਲਈ, ਕਿਉਂਕਿ ਸੇਫ ਸੀਗੀ। ਜਦੋਂ ਅਸੀਂ ਦੂਜੀਆਂ ਦਵਾਈਆਂ ਵੀ ਅਵੇਲੇਬਲ ਹੈਗੀਆਂ ਬੁਖਾਰ ਵਾਸਤੇ, ਬਟ ਇਹ ਸਭ ਤੋਂ ਸੇਫੈਸਟ ਅਤੇ ਸਭ ਤੋਂ ਸਸਤੀ ਦਵਾਈ ਆ, ਇਸ ਕਰਕੇ ਇਹੀ ਆ। ਇਹਦੀ ਨਾ ਪ੍ਰੋਡਕਸ਼ਨ ਪਿੱਛੋਂ ਜਿੱਦਾਂ ਹੁਣ ਆਪਾਂ ਸੋਚਦੇ ਸੀਗੇ ਆਕਸੀਜਨ ਦਾ ਕੀ ਹੋਇਆ, ਮੇਰੇ ਹਸਪਤਾਲ 'ਚ 40 ਸਿਲੰਡਰ ਲੱਗਦੇ ਆ, ਪਰ ਮੈਨੂੰ 200 ਸਿਲੰਡਰ ਦੀ ਲੋੜ ਪੈ ਗਈ। ਸੇਮ ਦਵਾਈਆਂ ਦਾ ਹੋਇਆ, ਜਿਹੜੀਆਂ ਕੋਵਿਡ ਦੇ ਵਿੱਚ ਦਵਾਈਆਂ ਲੱਗਦੀਆਂ ਸੀਗੀਆਂ, ਪੈਰਾਸੀਟਾਮੋਲ ਆ, ਕੁਛ ਹੋਰ ਡਰੱਗਸ ਜਿਹੜੀਆਂ ਸੀਗੀਆਂ ਉਹ ਸ਼ਾਰਟ ਹੋ ਗਈਆਂ ਸੀ। ਸ਼ਾਰਟ ਮੀਨਸ ਕਿ ਉਹਨਾਂ ਦੀ ਰਿਕੁਆਇਰਮੈਂਟ ਹੀ ਇੰਨੀ ਜ਼ਿਆਦਾ ਇੱਕਦਮ ਹੋ ਗਈ। ਲੋ ਮੋਲੀਕੂਲਰ ਹੈਪਰਿਨ ਆ, ਲੋਮੋਰਿਨ ਆ, ਗਲਵਸ ਆ, ਤੁਹਾਡੇ ਤੁਸੀਂ ਸੈਨੀਟਾਈਜ਼ਰ ਵੀ 500-500 'ਚ ਖਰੀਦਿਆ ਕਿ ਨਹੀਂ ਖਰੀਦਿਆ? ਉਦੋਂ ਪੱਤਰਕਾਰ ਕਿੱਥੇ ਸੀਗੇ ਜਦੋਂ 500-500 ਦੇ ਸੈਨੀਟਾਈਜ਼ਰ ਵੇਚੇ, ਠੀਕ ਆ। ਤੁਹਾਡਾ ਮਾਸਕ ਜਿਹੜਾ N95 ਆ 450 'ਚ ਮੈਂ ਖਰੀਦਿਆ, ਮੇਰੇ ਕੋਲ ਬਿੱਲ ਆ। ਆਕਸੀਜਨ ਸਿਲੰਡਰ ਮੈਂ 600 ਦਾ ਖਰੀਦਿਆ, ਜਿਹੜਾ 150 ਦਾ ਸੀਗਾ, ਉਦੋਂ ਕਿਸੇ ਨੇ ਰੌਲਾ ਨਹੀਂ ਪਾਇਆ, ਠੀਕ ਹੈ ਨਾ। ਮੇਰੀ ਆਊਟਪੁੱਟ 'ਤੇ ਤਾਂ ਕੰਟਰੋਲ ਸੀਗਾ ਕਿ ਮੈਂ ਗੌਰਮੈਂਟ ਦੇ ਰੇਟਾਂ 'ਤੇ ਚਾਰਜ ਕਰਨਾ, ਮੇਰੀ ਇਨਪੁੱਟ 'ਤੇ ਕੰਟਰੋਲ ਹੀ ਕੋਈ ਨਹੀਂ ਸੀ। ਆਪਾਂ ਕਰੋਨਾ ਦੇ ਵਿੱਚ ਜੇ ਆਪਾਂ ਕਹੀਏ ਨਾ ਕਿ ਇੰਨੇ ਔਖੇ ਕਾਲ ਦੇ ਵਿੱਚ ਲੋਕਾਂ ਨੇ ਇਹਨੂੰ ਵੀ ਮਿਸਯੂਜ਼ ਕੀਤਾ। ਮੈਂ ਤੁਹਾਨੂੰ ਅੱਜ ਗੱਲਾਂ ਦੱਸ ਰਿਹਾ। ਸੈਨੀਟਾਈਜ਼ਰ ਮੈਂ 500 ਰੁਪਈਏ ਦੀ ਬੋਤਲ ਖਰੀਦੀ, ਮਾਸਕ ਮੈਂ 450 ਦਾ ਖਰੀਦਿਆ N95। ਜਿਹੜੀ PP ਕਿੱਟ ਇੰਪੋਰਟ ਹੋ ਕੇ ਆਈ ਸੀਗੀ, ਜਦੋਂ ਸਰਕਾਰ ਦੀ ਕੈਪਿੰਗ ਸੀਗੀ 16,000 ਦੀ, ਇੱਕ PP ਕਿੱਟ 250 ਰੁਪਈਏ ਵਿੱਚ ਖਰੀਦੀ ਮੈਂ, ਇੰਕਲੂਡਿੰਗ GST ਪਾ ਕੇ। ਪਹਿਲੇ ਦੌਰ ਜਦੋਂ ਫਸਟ ਵੇਵ ਆਈ ਆ, ਉਦੋਂ ਇਹ ਹਾਲ ਸੀਗਾ ਕਿ ਗਵਰਨਮੈਂਟ ਨੇ ਰੇਟ ਫਿਕਸ ਕਰ ਦਿੱਤੇ, ਜਿਹੜੀਆਂ ਇਨਪੁਟਸ ਇੰਨੀਆਂ ਜ਼ਿਆਦਾ ਸੀਗੀਆਂ ਕਿ ਤੁਸੀਂ ਸਰਵਾਈਵ ਵੀ ਨਹੀਂ ਸੀ ਕਰ ਸਕਦੇ। ਅਸੀਂ ਪਹਿਲੇ ਵੇਵ ਦੇ ਵਿੱਚ ਪੇਸ਼ੈਂਟ ਲਏ ਨਹੀਂ, ਅਸੀਂ ਮਨਾ ਕਰ ਦਿੱਤਾ ਸੀਗਾ। ਫਿਰ ਗਵਰਨਮੈਂਟ ਨੇ ਪ੍ਰੈਸ਼ਰਾਈਜ਼ ਕਰਕੇ ਫਿਰ ਲੈਣੇ ਸ਼ੁਰੂ ਕੀਤੇ, ਪਰ ਰੀਜ਼ਨ ਇਹ ਹੋਇਆ ਕਿ ਇੱਕਦਮ ਸਰਜ ਆ ਗਿਆ। ਅਤੇ ਜੇ ਇੱਕ ਹਸਪਤਾਲ ਦੇ ਵਿੱਚ ਇੱਕ ਡੱਬਾ ਰੋਜ਼ ਦਾ ਲੱਗਦਾ, ਉਹਨੂੰ 3 ਡੱਬਿਆਂ ਦੀ ਲੋੜ ਪੈਣ ਲੱਗ ਪਈ। ਫਿਰ ਨੈਚੁਰਲੀ ਜੋ ਅਵੇਲੇਬਲ ਸੀ ਉਸ ਵੇਲੇ, ਫਿਰ ਲੋਕਾਂ ਨੇ ਉਹ ਯੂਜ਼ ਕਰਨਾ ਸ਼ੁਰੂ ਕਰ ਦਿੱਤਾ। ਡਾਕਟਰ ਸਾਹਿਬ, ਇਹਦਾ ਰੇਟ ਦਾ ਕੀ ਫਰਕ ਹੈ? ਡੋਲੋ ਦਾ ਕਿੰਨੇ ਦਾ ਰੇਟ ਹੈਗਾ ਜਾਂ ਦੂਜੀਆਂ ਪੈਰਾਸੀਟਾਮੋਲ ਦਾ? ਡੋਲੋ ਤਕਰੀਬਨ ਮੇਰਾ ਖਿਆਲ 30 ਰੁਪਈਏ ਦੀ ਆ, ਅਤੇ ਜਿਹੜੀ ਨੋਰਮਲ ਜੇ ਆਪਾਂ ਕਾਲਪੋਲ ਕਹੀਏ, ਕਾਲਪੋਲ ਵੀ ਨੇੜੇ ਤੇੜੇ ਰੇਟ ਆ, ਕੋਈ ਬਹੁਤਾ ਫਰਕ ਨਹੀਂ ਹੈਗਾ। ਪਰ ਜੇ ਆਪਾਂ ਜੈਨਰਿਕ ਵਾਲਾ ਹੀ ਹੈ, ਜੈਨਰਿਕ ਤਕਰੀਬਨ 15 ਰੁਪਈਏ ਦੀਆਂ 10-12 ਗੋਲੀਆਂ ਆ ਜਾਂਦੀਆਂ। ਸੋ 40 ਪੈਸੇ ਦਾ 50 ਪੈਸੇ ਦਾ ਫਰਕ ਹੈਗਾ ਆ, ਡਿਪੈਂਡਿੰਗ ਅਪੋਨ ਬ੍ਰਾਂਡ। ਜੇ ਆਪਾਂ ਬ੍ਰਾਂਡਡ ਦਵਾਈ ਲੈਂਦੇ ਆ ਅਤੇ ਡੋਲੋ ਦੇ ਤਾਂ ਕਾਲਪੋਲ ਜਾਂ ਹੋਰ ਜਿਹੜੀਆਂ 5-6 ਬ੍ਰਾਂਡ ਆਉਂਦੇ ਆ, ਉਹਦੇ 'ਚ ਕੋਈ ਨੀਕੀ ਦਾ ਫਰਕ ਹੈ, ਕੋਈ ਜ਼ਿਆਦਾ ਫਰਕ ਨਹੀਂ ਹੈਗਾ। ਅੱਛਾ, ਜਿਨ੍ਹਾਂ ਦਾ ਅੱਧਾ ਰੇਟ ਦਾ ਫਰਕ ਹੈ, ਤਾਂ ਇਹਦੇ 'ਚ ਵਾਕਈ ਫਰਕ ਵੀ ਹੈਗਾ ਕੁਆਲਿਟੀ ਦਾ ਵੀ? ਮੈਂ ਤੁਹਾਨੂੰ ਕੀ ਕਿਹਾ? ਮੈਂ ਤੁਹਾਨੂੰ ਬੇਨਤੀ ਪਹਿਲਾਂ ਹੀ ਕੀਤੀ ਆ। ਇੱਕ ਕਮੀਜ਼ ਦਰਜੀ ਤੋਂ ਸਵਾਉਂਦੇ ਆ, ਇੱਕ ਆਪਾਂ ਬ੍ਰਾਂਡਡ ਲੈ ਕੇ ਆਉਂਦੇ ਆ। ਬ੍ਰਾਂਡਡ ਕੱਪੜਿਆਂ ਦੇ ਉੱਤੇ GST 18% ਆ, ਜੇ ਦਰਜੀ ਤੋਂ ਲੈ ਕੇ ਸਵਾਉਂਦੇ ਆ ਉੱਤੇ ਕੋਈ ਟੈਕਸ ਨਹੀਂ ਹੈਗਾ। ਸੇਮ ਫਰਕ ਇੱਥੇ ਆ। ਇਹਦੇ ਵਿੱਚ ਜਿਵੇਂ ਇਹ 650 150 ml ਜਿਹੜੀ ਹੈ ਇਹ ਜ਼ਿਆਦਾ ਹੈਗੀ ਆ, ਤਾਂ ਇਹਦੇ ਨਾਲ ਵੀ ਫਰਕ ਰਹਿੰਦਾ? ਨਹੀਂ, ਇਹਦੇ ਨਾਲ ਦੇਖੋ, ਜਿਹੜੀ ਪੈਰਾਸੀਟਾਮੋਲ ਆ ਅਸੀਂ 6 ਘੰਟੇ ਬਾਅਦ ਕਹਿੰਦੇ ਆ, 4 ਘੰਟੇ ਬਾਅਦ ਵੀ ਲਓ ਤਾਂ ਕੋਈ ਪ੍ਰੋਬਲਮ ਨਹੀਂ। ਸੋ 500 ਮਿਲੀਗ੍ਰਾਮ ਦੀਆਂ ਆਪਾਂ 2-2 ਗੋਲੀਆਂ ਜਾਂ 3-3 ਗੋਲੀਆਂ ਵੀ ਖਾਈਏ, ਤਕਰੀਬਨ 6 ਤੋਂ 8 ਗ੍ਰਾਮ ਤੱਕ ਪੈਰਾਸੀਟਾਮੋਲ ਜਿਹੜੀ ਸੇਫ ਡਰੱਗ ਆ ਸ਼ਾਰਟ ਡਿਊਰੇਸ਼ਨ ਲਈ, ਬਟ ਲੌਂਗ ਡਿਊਰੇਸ਼ਨ ਲਈ ਨਹੀਂ। ਜੇ ਆਪਾਂ ਕਹੀਏ ਪੈਰਾਸੀਟਾਮੋਲ ਖਾਈ ਜਾਂਦੇ ਆ ਅਤੇ ਇਹ ਗੁਰਦਿਆਂ 'ਤੇ ਅਸਰ ਕਰਦੀ ਆ, ਮਾੜਾ ਅਸਰ ਕਰਦੀ ਆ ਲੰਬੇ ਸਮੇਂ ਲਈ। ਪਰ ਜੇ ਆਪਾਂ ਸ਼ਾਰਟ ਟਾਈਮ ਲਈ ਕਹੀਏ ਤਾਂ ਪੈਰਾਸੀਟਾਮੋਲ
ਸਾਡੇ ਪ੍ਰੋਫੈਸ਼ਨ ਦੇ ਹਿਸਾਬ ਨਾਲ ਸਭ ਤੋਂ ਸੇਫੈਸਟ ਡਰੱਗ ਆ। ਇਹਦੀ 150 ਜਾਂ 200 ਮਿਲੀਗ੍ਰਾਮ ਦੀ ਡੋਜ਼ ਨਾਲ ਕੋਈ ਬਹੁਤਾ ਸਰੀਰ 'ਤੇ ਮਾੜਾ ਅਸਰ ਨਹੀਂ ਪੈਂਦਾ। ਅੱਛਾ ਡਾਕਟਰ ਸਾਹਿਬ, ਇਸੇ ਗੱਲ ਨੂੰ ਲੈ ਕੇ ਹੁਣ ਜਦੋਂ ਤੋਂ ਡੋਲੋ ਚਰਚਾ ਦੇ ਵਿੱਚ ਆਈ ਤਾਂ ਲੋਕਾਂ ਦੇ ਮਨਾਂ ਦੇ ਵਿੱਚ ਇਹ ਵੀ ਸਵਾਲ ਖੜੇ ਹੋ ਗਏ ਕਿ ਅਸੀਂ ਵੀ ਡੋਲੋ ਬਹੁਤ ਖਾਧੀ ਹੈ ਕਰੋਨਾ ਦੇ ਦੌਰ ਦੇ ਵਿੱਚ, ਤਾਂ ਉਹ ਸਿਹਤ ਨੂੰ ਲੈ ਕੇ ਚਿੰਤਤ ਹੈਗੇ ਨੇ ਕਿ ਕੀ ਸਾਡੀ ਸਿਹਤ ਦੇ ਨਾਲ ਖਿਲਵਾੜ ਕੀਤਾ ਗਿਆ, ਕੋਈ ਇਹੋ ਜਿਹਾ ਵੀ ਹੈ? ਦੇਖੋ, ਮੈਂ ਤੁਹਾਡੇ ਕੈਮਰੇ ਉੱਤੇ ਕਹਿ ਰਿਹਾ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ। ਪੈਰਾਸੀਟਾਮੋਲ ਬਹੁਤ ਹੀ ਸੇਫ ਡਰੱਗ ਹੈ। ਜੇ ਆਪਾਂ ਡੋਲੋ ਖਾਧੀ ਆ ਤੇ ਨੋ ਡਾਊਟ ਕੰਪਨੀ ਬਹੁਤ ਅੱਛੀ ਆ। ਜੇ ਆਪਾਂ ਕਹੀਏ ਪਹਿਲੀਆਂ ਅੱਛੀਆਂ ਕੰਪਨੀਆਂ ਦੇ ਵਿੱਚੋਂ, ਇੰਡੀਆ ਦੀਆਂ ਪਹਿਲੀਆਂ 20-25 ਕੰਪਨੀਆਂ ਦੇ ਵਿੱਚ ਉਹਨਾਂ ਦਾ ਟਰਨਓਵਰ ਹੈਗਾ। ਦੇ ਆਰ ਏ ਵੈਰੀ ਗੁੱਡ ਕੰਪਨੀ। ਅੱਛਾ ਉਹਨਾਂ ਦੇ ਬ੍ਰਾਂਡਸ ਆਉਂਦੇ ਆ। ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈਗੀ ਕਿ ਉਹ ਸਿਹਤ ਨਾਲ ਕੋਈ ਖਿਲਵਾੜ ਨਹੀਂ ਹੋਇਆ। ਜੇ ਆਪਾਂ 500 ਦੀ ਜਗ੍ਹਾ 650 ਖਾਧੀ ਆ ਤਾਂ ਇਟਸ ਸੇਫ। ਠੀਕ ਹੈ, ਧੰਨਵਾਦ ਡਾਕਟਰ ਸਾਹਿਬ ਗੱਲਬਾਤ ਕਰਨ ਦੇ ਲਈ। ਸੋ ਇਹ ਡਾਕਟਰ BS ਜੋਲ ਹੈਗੇ ਨੇ ਜਿਨ੍ਹਾਂ ਦੇ ਵੱਲੋਂ ਡੋਲੋ ਨੂੰ ਲੈ ਕੇ ਗੱਲਬਾਤ ਕੀਤੀ ਗਈ ਹੈ, ਕਿਉਂਕਿ ਡੋਲੋ ਇਸ ਸਮੇਂ ਚਰਚਾ ਦੇ ਵਿੱਚ ਚੱਲ ਰਹੀ ਹੈ, ਕਿਉਂਕਿ ਇਹਦੇ ਉੱਪਰ ਕੰਪਨੀ ਦੇ ਉੱਪਰ ਜਿਹੜੇ ਨੇ ਵੱਡੇ ਇਲਜ਼ਾਮ ਲੱਗੇ ਨੇ। ਪਰ ਕਹਿੰਦੇ ਨੇ ਕਿ ਸਿਹਤ ਦੇ ਉੱਪਰ ਜਿਹੜਾ ਕੋਈ ਵੀ ਜਿਹੜਾ ਨੁਕਸਾਨ ਨਹੀਂ ਹੋਇਆ ਡੋਲੋ ਦੇ ਨਾਲ। ਇਹ ਇੱਕ ਸੇਫ ਦਵਾਈ ਹੈਗੀ ਹੈ। ਹਾਲਾਂਕਿ ਜਿਹੜੇ ਡਾਕਟਰਾਂ ਨੇ ਗਿਫਟ ਲਏ ਹੈਗੇ ਨੇ 1000 ਕਰੋੜ ਰੁਪਏ ਦੇ ਜਿਹੜੇ ਇਲਜ਼ਾਮ ਲੱਗਦੇ ਨੇ, ਉਹਨਾਂ ਦੇ ਉੱਪਰ ਕਹਿੰਦੇ ਨੇ ਕਿ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ, ਕਿਉਂਕਿ ਇਹ ਇਲੀਗਲ ਹੈਗਾ। ਪਰ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈਗੀ। ਲੋਕਾਂ ਦੀ ਸਿਹਤ ਦੇ ਉੱਪਰ ਜਿਹੜਾ ਇਸ ਦਾ ਕੋਈ ਵੀ ਅਸਰ ਨਹੀਂ ਹੈਗਾ। ਕੈਮਰਾਮੈਨ ਅਵੀ ਦੇ ਨਾਲ ਮਨਪ੍ਰੀਤ ਸਿੰਘ ਕਾਲੋਂ, TV ਪੰਜਾਬ, ਜਲੰਧਰ।